Hello students, class 12th business study. Topic major element of new economic policy. New economic policy 1991 1991 ਵਿੱਚ ਆਪਣੇ ਕੋਲ 3 ਪੁਆਇੰਟ ਸੀ। ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਲਿਬਰਲਾਈਜੇਸ਼ਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖ ਲਿਆ ਕਿ ਲਾਇਸੈਂਸ ਫ੍ਰੀ ਕਰਨਾ, ਠੀਕ ਹੈ। ਹੁਣ ਆਪਣਾ ਸੈਕਿੰਡ ਵੀਡੀਓ ਹੈ ਪ੍ਰਾਈਵੇਟਾਈਜੇਸ਼ਨ। ਪ੍ਰਾਈਵੇਟਾਈਜੇਸ਼ਨ मतलब ਆਪਾਂ ਸਾਰਾ ਜੋ ਆਪਣੀ ਐਸਿਟ ਹੈ, ਜੋ ਸਾਰਾ ਕੁਛ ਹੈ ਉਹ ਪ੍ਰਾਈਵੇਟਲੀ ਹੋਊਗੀ, ਗਵਰਨਮੈਂਟ ਦੇ ਇਹਦੇ ਵਿੱਚ ਕੋਈ ਰੋਲ ਨਹੀਂ। ਦੋ ਤਰ੍ਹਾਂ ਦਾ ਹੁੰਦਾ, ਇੱਕ ਪ੍ਰਾਈਵੇਟ ਸੈਕਟਰ ਹੁੰਦਾ, ਇੱਕ ਆਪਣੇ ਕੋਲੇ ਹੁੰਦਾ ਪਬਲਿਕ ਸੈਕਟਰ। ਜੋ ਪਬਲਿਕ ਸੈਕਟਰ ਮੀਨਸ ਗਵਰਨਮੈਂਟ ਸੈਕਟਰ। ਗਵਰਨਮੈਂਟ ਸੈਕਟਰ ਦੇ ਇਹਦੇ ਵਿੱਚ ਕੋਈ ਰੋਲ ਨਹੀਂ ਹੋਊਗਾ। ਕਿਹੜਾ ਹੋਊਗਾ? ਪ੍ਰਾਈਵੇਟ ਸੈਕਟਰ ਦਾ। ਪ੍ਰਾਈਵੇਟਾਈਜੇਸ਼ਨ ਆਪਣੇ ਕੋਲ ਦੋ ਸੀ। ਪ੍ਰਾਈਵੇਟ ਸੈਕਟਰ ਕਿਹੜਾ ਵਾ? ਜਿਹਦੇ ਵਿੱਚ ਆਪਣਾ ਫ੍ਰੀ ਫਰੋਮ ਗਵਰਨਮੈਂਟ ਰਿਸਟ੍ਰਿਕਸ਼ਨ ਹੁੰਦਾ ਵਾ, ਗਵਰਨਮੈਂਟ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਗੀ। ਲਾਈਕ ਆਪਾਂ ਵਟ ਟੂ ਪ੍ਰੋਡਿਊਸ, ਹਾਊ ਟੂ ਪ੍ਰੋਡਿਊਸ, ਫॉर whom ਟੂ ਪ੍ਰੋਡਿਊਸ, ਵੀ ਕੀ ਪ੍ਰੋਡਿਊਸ ਕਰਨਾ, ਕਿਵੇਂ ਕਰਨਾ, ਕਿਹਦੇ ਲਈ ਕਰਨਾ, ਇਹ ਸਾਰਾ ਕੌਣ ਡਿਸਾਈਡ ਕਰੂਗਾ? ਪ੍ਰਾਈਵੇਟ ਸੈਕਟਰ। ਮਤਲਬ ਇਹਦੇ ਵਿੱਚ ਜਿਹੜਾ ਰੋਲ ਹੈ ਰਿਡਿਊਸ ਹੋ ਜਾਂਦਾ ਵਾ ਕਿਹਦਾ? ਪਬਲਿਕ ਸੈਕਟਰ ਦਾ। ਅਤੇ ਜਿਹੜੀ ਆਪਣੀ ਐਸਿਡ ਹੋਊਗੀ ਉਹ ਵੀ ਆਪਣੀ ਆਪਦੀ ਹੋਊਗੀ, ਪ੍ਰਾਈਵੇਟ ਓਨਡ ਹੋਊਗੀ। ਅਤੇ ਇਹਨਾਂ ਦਾ ਸਿਰਫ ਪ੍ਰਾਈਵੇਟ ਸੈਕਟਰ ਦਾ ਇੱਕ ਮੇਨ ਮੋਟਿਵ ਹੁੰਦਾ ਪ੍ਰੋਫਿਟ ਮੋਟਿਵ। ਦੋ ਸੈਕਟਰ ਦੱਸੇ ਸੀਗੇ। ਪਬਲਿਕ ਸੈਕਟਰ ਹੈ, ਸੈਕਟਰ ਹੁੰਦਾ ਜਿਹੜਾ ਗਵਰਨਮੈਂਟ ਸੈਕਟਰ ਹੁੰਦਾ। ਗਵਰਨਮੈਂਟ ਸੈਕਟਰ ਦਾ ਹਮੇਸ਼ਾ ਇੱਕ ਹੀ ਰੋਲ ਰਿਹਾ ਵਾ, ਸੋਸ਼ਲ ਵੈਲਫੇਅਰ ਸੀਗਾ ਉਹਨਾਂ ਦਾ। ਸਿਰਫ ਇੱਕ ਹੀ ਮੋਟਿਵ ਹੈ, ਸੁਸਾਇਟੀ ਦੇ ਲਈ ਕੁਛ ਨਾ ਕੁਛ ਕਰਨਾ। ਬਟ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਸਿਰਫ ਆਪਣਾ ਇੱਕ ਮੋਟਿਵ ਹੈ, ਪ੍ਰੋਫਿਟ। ਪ੍ਰਾਈਵੇਟਾਈਜੇਸ਼ਨ ਦੇ ਵਿੱਚ ਉਹ ਕਹਿੰਦੇ ਟ੍ਰਾਂਸਫਰ ਕਰ ਦੇਣਾ ਉਹ ਸਾਰੀਆਂ ਐਕਟੀਵਿਟੀਜ਼, ਜਿਵੇਂ ਪਬਲਿਕ ਸੈਕਟਰ ਤੋਂ ਪ੍ਰਾਈਵੇਟ ਸੈਕਟਰ ਤੱਕ, ਸਾਰੀਆਂ ਐਕਟੀਵਿਟੀ ਪ੍ਰਾਈਵੇਟ ਸੈਕਟਰ ਤੱਕ ਚਲੀਆਂ ਗਈਆਂ। ਨੈਕਸਟ ਆਪਣੇ ਕੋਲ ਕੀ ਹੈ? ਐਡਵਾਂਟੇਜ ਆਫ ਪ੍ਰਾਈਵੇਟਾਈਜੇਸ਼ਨ। ਐਡਵਾਂਟੇਜ 'ਚ ਫਸਟ ਆਪਣੇ ਕੋਲ ਕੀ ਹੈ? ਇੰਪਰੂਵਡ ਐਫੀਸ਼ੀਐਂਸੀ। ਉਹ ਕਹਿੰਦੇ ਆਪਾਂ ਇਹਦੀ ਜਿਹੜੀ ਕਾਰਜਕੁਸ਼ਲਤਾ ਹੁੰਦੀ ਹੈ, ਪਰਫੋਰਮੈਂਸ ਹੁੰਦੀ ਹੈ, ਉਹਨੂੰ ਆਪਾਂ ਸੁਧਾਰਨਾ। ਸਿਰਫ ਇਹਨਾਂ ਦਾ ਇੱਕ ਮੇਨ ਮੋਟਿਵ ਹੁੰਦਾ ਪ੍ਰੋਫਿਟ। ਕਹਿੰਦੇ ਸਿਰਫ ਕਦੋਂ ਪ੍ਰੋਫਿਟ ਮੋਟਿਵ ਆਪਣਾ ਜਿਹੜਾ ਇਹ ਮੇਨ ਹੁੰਦਾ ਵਾ। ਐਫੀਸ਼ੀਐਂਸੀ ਕਦੋਂ ਇੰਪਰੂਵ ਹੋ ਸਕਦੀ ਹੈ? ਜਦੋਂ ਇਹਨਾਂ ਦੀ ਕੋਸਟ ਕੀ ਹੋ ਜੂਗੀ? ਘੱਟ ਜੂਗੀ। ਕੋਸਟ ਘੱਟ ਜੂਗੀ, ਜਿਹਦੇ ਨਾਲ ਕਹਿੰਦੇ ਆਪਣੀ ਪ੍ਰੋਡਕਟਸ ਵਗੈਰਾ ਜ਼ਿਆਦਾ ਸੇਲ ਹੋਣਗੇ, ਪ੍ਰੋਫਿਟਸ ਆਪਾਂ ਨੂੰ ਜ਼ਿਆਦਾ ਹੋਊਗਾ, ਠੀਕ ਹੈ। ਮੈਨੇਜਰ ਵਰਕਿੰਗ ਇਨ ਪਬਲਿਕ ਸੈਕਟਰ ਕੰਪਨੀ ਯੂਜ਼ਲੀ ਡੂ ਨਾਟ ਹੈਵ ਸ਼ੇਅਰ ਇਨ ਪ੍ਰੋਫਿਟਸ। ਤਾਂ ਜਿਹੜਾ ਉਹ ਕਹਿੰਦੇ ਆਪਣੇ ਕੋਲ ਪ੍ਰਬੰਧਕਾਂ ਨੂੰ ਇਹਦੇ ਵਿੱਚ ਕੀ ਹੈ, ਜੋ ਆਪਣੇ ਕੋਲ ਪੂਰੇ ਦਾ ਪੂਰਾ ਪਬਲਿਕ ਸੈਕਟਰ ਦੇ ਵਿੱਚ ਕੋਈ ਵੀ ਆਪਣੇ ਕੋਲ ਇਹਦੇ ਵਿੱਚ ਉਹਨਾਂ ਨੂੰ ਪ੍ਰੋਫਿਟ ਨਹੀਂ ਮਿਲਦਾ। ਬਟ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਸ਼ੇਅਰਸ ਵਗੈਰਾ ਉਹਨਾਂ ਨੂੰ ਪੂਰੇ ਦੇ ਪੂਰੇ ਮਿਲਦੇ ਆ, ਲਾਈਕ ਆ ਬੋਨਸ ਫਾਰਮ ਦੇ ਵਿੱਚ। ਮਤਲਬ ਪਬਲਿਕ ਦੇ ਵਿੱਚ ਕੁਛ ਨਹੀਂ ਮਿਲੂਗਾ, ਬਟ ਪ੍ਰਾਈਵੇਟ ਮਿਲੂਗਾ। ਨੈਕਸਟ ਆਪਣੇ ਕੋਲ ਸੈਕਿੰਡ ਹੈ ਲੈਕ ਆਫ ਪੋਲੀਟੀਕਲ ਇੰਟਰਫੇਰੈਂਸ। ਪੋਲੀਟੀਕਲ ਦਖਲਅੰਦਾਜ਼ੀ ਨੂੰ ਆਪਾਂ ਘਟਾ ਦੇਣਾ, ਮਤਲਬ ਰਾਜਨੀਤਿਕ ਆਪਣੀ ਇਹਦੇ ਵਿੱਚ ਕੁਛ ਵੀ ਨਹੀਂ ਹੋਊਗੀ। ਅੱਗੇ ਕੀ ਹੁੰਦਾ ਸੀਗਾ ਕਿ ਉਹ ਕਹਿੰਦੇ ਆਰਗਿਊ ਕੀਤਾ ਗਿਆ ਗਵਰਨਮੈਂਟ ਮੇਕ ਪੂਅਰ ਇਕਨੋਮਿਕ ਮੈਨੇਜਰ, ਕਿ ਗਵਰਨਮੈਂਟ ਜਿਹੜੇ ਪੂਅਰ ਹੈ ਵੀ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਸੀਗੀ ਉਹਨਾਂ ਨੂੰ ਆਪਣਾ ਜਿਹੜਾ ਅਪੋਇੰਟ ਕਰ ਲੈਂਦੀ ਸੀਗੀ, ਜਿਹਦੇ ਕਰਕੇ ਕੀ ਸੀ? ਦੇ ਆਰ ਮੋਟੀਵੇਟਡ ਵੀ ਪੋਲੀਟੀਕਲ ਪ੍ਰੈਸ਼ਰ ਰੈਦਰ ਦੈਨ ਸਾਊਂਡ ਇਕਨੋਮਿਕ ਬਿਜ਼ਨਸ ਸੈਂਸ। ਕਹਿੰਦੇ ਆਪਣੇ ਕੋਲ ਕੀ ਸੀਗਾ ਉਹਨਾਂ ਦੇ ਵਿੱਚ, ਫਿਰ ਜਦੋਂ ਉਹ ਉਹਨਾਂ ਦੇ ਹੇਠ ਕੰਮ ਕਰਦੇ ਸੀ ਪ੍ਰੈਸ਼ਰ ਦੇ ਵਿੱਚ ਆ ਕੇ, ਆਪਦੀ ਸਹੀ ਤਰੀਕੇ ਨਾਲ ਜੋ ਉਹਨਾਂ ਦੀ ਆਪਣੇ ਕੋਲ ਜੋ ਸਾਊਂਡ ਮਾਈਂਡ ਹੁੰਦੇ ਆ ਉਸ ਤਰੀਕੇ ਨਾਲ ਨਹੀਂ ਉਹ ਕੰਮ ਕਰਦੇ ਸੀਗੇ। ਫੋਰ ਐਗਜ਼ਾਮਪਲ ਆ state enterprise may employ surplus worker, the government may be reluctant to get rid worker because the negative publicity involved in job losses, ਠੀਕ ਹੈ। ਤਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਆਪਣੇ ਕੋਲੇ ਉਹ ਕਹਿੰਦੇ ਜਿਹੜੀਆਂ ਗਵਰਨਮੈਂਟ ਕੰਪਨੀ ਸੀ ਉਹਨਾਂ ਵਿੱਚ ਬਹੁਤ ਸਾਰੇ ਪਰਸਨ ਵੈਸੇ ਹੀ ਰੱਖ ਲੈਂਦੇ ਸੀਗੇ, ਭਰਤੀ ਕਰ ਲੈਂਦੇ ਸੀਗੇ, ਬਟ ਉਹਨਾਂ ਨੂੰ ਕੀ ਸੀਗਾ ਵੀ ਜਦੋਂ ਜ਼ਿਆਦਾ ਰੁਜ਼ਗਾਰ ਦੇਣ ਲਈ ਤਾਂ ਜੋ ਆਪਣੇ ਕੋਲ ਲੋੜ ਤੋਂ ਵੱਧ ਹੁੰਦਾ ਸੀਗਾ ਇਹਨਾਂ ਕੰਪਨੀਆਂ ਦੇ ਵਿੱਚ ਪਾਇਆ ਜਾਂਦਾ ਸੀ। ਫਿਰ ਇਨਕਰੀਜ਼ ਇਨ ਇਨਵੈਸਟਮੈਂਟ। ਜਿਵੇਂ ਜਿਵੇਂ ਉਹ ਕਹਿੰਦੇ ਪ੍ਰਾਈਵੇਟਾਈਜੇਸ਼ਨ ਹੋਈ, ਇਨਵੈਸਟਮੈਂਟ ਵਧਣੀ ਸਟਾਰਟ ਹੋ ਗਈ ਕਿਉਂਕਿ ਆਪਾਂ ਫੋਰਨ ਕੰਪਨੀਜ਼ ਨਾਲ ਵੀ ਡੀਲਿੰਗ ਕਰਨ ਲੱਗ ਗਏ। ਫਿਰ ਕੰਪੀਟੀਸ਼ਨ ਵੱਧ ਗਿਆ। ਕੰਪੀਟੀਸ਼ਨ ਤੋਂ ਕਹਿੰਦੇ ਆਪਣੇ ਕੋਲ ਜਦੋਂ ਇੱਕ ਹੀ ਮੋਨੋਪੋਲੀ ਸਟੇਟ ਆਉਣ ਸੀ ਪ੍ਰਾਈਵੇਟਾਈਜੇਸ਼ਨ, ਤਾਂ ਆਪਾਂ ਬਹੁਤ ਸਾਰੀਆਂ ਫਰਮ ਆਪਾਂ ਲਾਅ ਕਰਤੀਆਂ ਕਿਹਦੇ ਵਿੱਚ? ਇੰਡਸਟਰੀ ਐਂਡ ਇਨਕਰੀਜ਼ ਦਾ ਕੰਪੀਟੀਟਿਵ ਆਫ ਮਾਰਕੀਟ। ਫੋਰ ਐਗਜ਼ਾਮਪਲ ਹੁਣ ਆਪਣੇ ਕੋਲ ਕੀ ਹੈ? ਦੇਅਰ ਇਜ਼ ਮੋਰ ਕੰਪੀਟੀਸ਼ਨ ਇਨ ਟੈਲੀਕਾਮ ਐਂਡ ਡਿਸਟਰੀਬਿਊਸ਼ਨ ਆਫ ਗੈਸ ਐਂਡ ਇਲੈਕਟ੍ਰੀਸਿਟੀ। ਜਿਹੜੇ ਕੰਪੀਟੀਸ਼ਨ ਆ ਕਿਹਦੇ ਵਿੱਚ ਵਧੀ ਜਾਂਦੇ ਆ? ਇਹਨਾਂ ਸਾਰੀਆਂ ਚੀਜ਼ਾਂ ਵਿੱਚ। ਫਿਰ ਇਕਨੋਮਿਕ ਦੀ ਗਰੋਥ ਹੋਣ ਲੱਗ ਗਈ। ਇਕਨੋਮਿਕ ਦੀ ਉਹ ਕਹਿੰਦੇ ਜਿਵੇਂ ਜਿਵੇਂ ਆਪਣੀ ਇਨਵੈਸਟਮੈਂਟ ਵੱਧ ਗਈ, ਇਨਵੈਸਟਮੈਂਟ ਵਧਣ ਦੇ ਨਾਲ ਆਪਣੀ ਜਿਹੜੀ ਗਰੋਥ ਆ ਉਹ ਵੀ ਹੋਣ ਲੱਗ ਗਈ। ਇਹ ਕਿੰਨਾਂ ਵਿੱਚ ਇਨਕਰੀਜ਼ ਹੋਣ ਲੱਗ ਗਈ? ਇੰਡਸਟਰੀਲਾਈਜੇਸ਼ਨ ਜਿਹੜੀਆਂ ਫੈਕਟਰੀ ਹੁੰਦੀਆਂ ਵਾ ਉਹ ਬਣਨ ਲੱਗ ਗਈਆਂ। ਉਹ ਬਣਨ ਦੇ ਨਾਲ ਨਾਲ ਆਪਣੇ ਕੋਲੇ ਕੀ ਸੀ? ਇੰਪਲੋਇਮੈਂਟ ਐਪਰਚੁਨਿਟੀਜ਼ ਵੱਧ ਗਈਆਂ, ਵੇਜਿਸ ਵੱਧ ਗਏ। ਜਿਵੇਂ ਜਿਵੇਂ ਉਹ ਕਹਿੰਦੇ ਇਹ ਸਾਰੇ ਕਿਹਦੇ ਨਾਲ ਹੋਇਆ? ਇੰਡਸਟਰੀਲਾਈਜੇਸ਼ਨ ਆ। ਪਰ ਕੈਪੀਟਲ ਇਨਕਮ ਵੱਧ ਗਈ, ਰੈਵਨਿਊ ਗਵਰਨਮੈਂਟ ਦੀ ਵੱਧ ਗਈ। ਇਹ ਸਾਰਾ ਆਪਣੇ ਪ੍ਰਾਈਵੇਟਾਈਜੇਸ਼ਨ ਆ। ਇਕਨੋਮਿਕ ਗਰੋਥ ਵੀ ਇਨਕਰੀਜ਼ ਹੋ ਗਈ। ਫਿਰ ਗਵਰਨਮੈਂਟ ਵਿਲ ਰੇਜ਼ ਰੈਵਨਿਊ ਫਰੋਮ ਸੇਲ।
ਉਹ ਕਹਿੰਦੇ ਸੇਲ ਕਰ ਕਰਕੇ ਗਵਰਨਮੈਂਟ ਨੂੰ ਕੀ ਹੁੰਦੀ ਹੈ, ਇਨਕਮ। ਰੈਵਨਿਊ ਮਤਲਬ ਇਨਕਮ, ਉਹਨਾਂ ਨੂੰ ਆਮਦਨ ਇਹ ਤੋਂ ਜਨਰੇਟ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ। ਪਹਿਲਾਂ ਨਹੀਂ ਹੁੰਦੀ ਸੀਗੀ, ਉਹ ਕਹਿੰਦੇ ਹੁਣ ਆਪਾਂ ਨੂੰ ਕਾਫੀ ਜ਼ਿਆਦਾ ਹੋਣ ਲੱਗ ਗਈ। ਫਿਰ ਆਪਾਂ ਨੈਕਸਟ ਕੀ ਹੈ, ਰਿਡਕਸ਼ਨ ਆਫ ਬਰਡਨ ਆਫ ਦਾ ਗਵਰਨਮੈਂਟ ਦਾ ਜਿਹੜਾ ਬਰਡਨ ਸੀਗਾ ਉਹਨੂੰ ਵੀ ਆਪਾਂ ਕੀ ਕਰਤਾ, ਰਿਡਿਊਸ ਕਰਤਾ। ਗਵਰਨਮੈਂਟ ਵੱਲੋਂ ਕਹਿੰਦੇ ਜਿਵੇਂ ਪਹਿਲਾਂ ਉਹਨਾਂ ਨੂੰ ਬਹੁਤ ਸਾਰੇ ਲੋਸਿਸ ਵਗੈਰਾ ਫੇਸ ਕਰਨੇ ਪੈਂਦੇ ਸੀਗੇ ਅਤੇ ਜੋ ਵੀ ਪ੍ਰੋਫਿਟ ਹੁੰਦਾ ਸੀਗਾ ਉਹਨਾਂ ਨੂੰ ਫਾਈਨੈਂਸ਼ੀਅਲ ਸੈਕਟਰ ਦੀ ਲੋੜ ਹੁੰਦੀ ਸੀ, ਬਟ ਹੁਣ ਆਪਣੇ ਕੋਲ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ ਆਉਣ ਨਾਲ ਟੈਲੀਕਾਮ, ਆਇਲ, ਗੈਸ, ਪਬਲਿਕ ਟਰਾਂਸਪੋਰਟ, ਮਾਈਨਿੰਗ, ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਪ੍ਰਾਈਵੇਟਾਈਜੇਸ਼ਨ ਵਿੱਚ ਕਾਫੀ ਜ਼ਿਆਦਾ ਇਨਵੈਸਟ ਕਰਨ ਲੱਗ ਗਈਆਂ। ਫਿਰ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ, ਵੀ ਵੇਸਟੇਜ ਨਹੀਂ ਕਰਨੀ, ਕਿਉਂਕਿ ਇਹਨਾਂ ਦਾ ਮੇਨ ਕੰਮ ਹੁੰਦਾ ਕਿ ਪ੍ਰੋਫਿਟ ਅਰਨ ਕਰਨਾ। ਘੱਟ ਕਾਸਟ ਹੋਣੀ ਚਾਹੀਦੀ ਹੈ ਬਟ ਵੱਧ ਤੋਂ ਵੱਧ ਪ੍ਰੋਫਿਟ। ਫਿਰ ਫਲੈਕਸੀਬਿਲਿਟੀ ਅਕੋਰਡਿੰਗ ਟੂ ਸਿਚੁਏਸ਼ਨ, ਉਹਨੂੰ ਆਪਾਂ ਚੇਂਜ ਕਰ ਸਕਦੇ ਸੀਗੇ, ਠੀਕ ਹੈ, ਜਿਵੇਂ ਜਿਵੇਂ ਆਪਣੀ ਨੀਡਸ ਹੈ ਉਹਦੇ ਅਕੋਰਡਿੰਗ। ਫਿਰ ਆਪਣੇ ਕੋਲ ਟੈਕਸ ਰਿਡਕਸ਼ਨ ਐਂਡ ਜੋਬ ਕ੍ਰੀਏਸ਼ਨ, ਟੈਕਸ ਰਿਡਿਊਸ ਹੋਣੇ ਸਟਾਰਟ ਹੋ ਗਏ, ਜੋਬ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਲਣ ਲੱਗ ਗਈ। ਪ੍ਰਾਈਵੇਟਾਈਜੇਸ਼ਨ ਵਿੱਚ ਆਪਾਂ ਨੂੰ ਇਹ ਜ਼ਿਆਦਾ ਬੈਨੀਫਿਟ ਹੋ ਗਿਆ। ਕਹਿੰਦੇ ਟੈਕਸ ਆਪਣੇ ਵੱਧ ਤੋਂ ਵੱਧ ਘਟਾਉਣੇ ਸ਼ੁਰੂ ਕਰਤੇ। ਟੈਕਸ ਘਟਣ ਦੇ ਨਾਲ ਆਪਣੇ ਕੋਲੇ ਕੀ ਹੋ ਗਿਆ, ਜੋਬ ਦੀ ਫੈਸਿਲਿਟੀ ਆਪਾਂ ਨੂੰ ਕਾਫੀ ਜ਼ਿਆਦਾ ਮਿਲਣੀ ਸਟਾਰਟ ਹੋ ਗਈ, ਕਿਉਂਕਿ ਆਪਣੇ ਜਿਹੜੇ ਟੈਕਸ ਵਗੈਰਾ ਲੱਗਦੇ ਸੀ ਉਹ ਘਟਣ ਲੱਗ ਗਏ ਡਿਊਟੀਜ਼ 'ਤੇ। ਫਿਰ ਆਪਣੇ ਕੋਲ ਕਿ ਇੰਪਰੂਵ ਸਰਵਿਸ ਕੁਆਲਿਟੀ, ਜਿਹੜੀ ਆਪਣੇ ਕੋਲ ਉਹਨਾਂ ਦੀ ਸਰਵਿਸ ਕੁਆਲਿਟੀ ਸੀ ਉਹ ਵੀ ਕੀ ਹੋ ਗਈ, ਆਪਣੇ ਕੋਲੇ ਜ਼ਿਆਦਾ ਵਧੀਆ ਸਰਵਿਸਿਜ਼ ਉਹਨਾਂ ਨੂੰ ਜ਼ਿਆਦਾ ਵਧੀਆ ਦੇਣ ਲੱਗ ਗਏ, ਕਿਉਂਕਿ ਆਪਣੇ ਕੋਲ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਜਿਹੜੀ ਪਰਫੋਰਮੈਂਸ ਸੀਗੀ ਉਹ ਜ਼ਿਆਦਾ ਵਧੀਆ ਆਉਣ ਲੱਗ ਗਈ, ਠੀਕ ਹੈ। ਇਨਕਰੇਜਮੈਂਟ ਆਫ ਇਨੋਵੇਸ਼ਨ, ਉਹ ਕਹਿੰਦੇ ਨਵੇਂ ਆਈਡੀਆ, ਨਵੀਂ ਟੈਕਨੀਕਸ ਆਪਾਂ ਇਹਦੇ ਵਿੱਚ ਲੈ ਕੇ ਆਉਣ ਲੱਗ ਗਏ। ਜਦੋਂ ਨਵੀਆਂ ਟੈਕਨੀਕਸ ਲੈ ਕੇ ਆਉਣ ਲੱਗ ਗਏ ਫਿਰ ਆਪਣਾ ਜਿਹੜਾ ਬਿਜ਼ਨਸ ਹੈ ਹੋਰ ਵੀ ਜ਼ਿਆਦਾ ਡਿਵੈਲਪ ਹੋਇਆ। ਫਿਰ ਡਿਸਐਡਵਾਂਟੇਜ ਕੀ ਆ ਆਪਣੇ ਕੋਲੇ ਪ੍ਰਾਈਵੇਟਾਈਜੇਸ਼ਨ ਦੀਆਂ। ਸਭ ਤੋਂ ਪਹਿਲਾਂ ਉਹ ਕਹਿੰਦੇ ਨਿਗਲੈਕਟ ਆਫ ਪ੍ਰਾਈਵੇਟ ਇੰਟਰਸਟ, ਜਿਹੜਾ ਮਤਲਬ ਪ੍ਰਾਈਵੇਟ ਇੰਟਰਸਟ ਹੈ, ਪਬਲਿਕ ਇੰਟਰਸਟ ਹੈ, ਵੀ ਜੋ ਲੋਕਾਂ ਦਾ ਇੰਟਰਸਟ ਹੈ ਉਹਨੂੰ ਨਹੀਂ ਦੇਖਿਆ ਜਾਂਦਾ ਗਾ, ਉਹਨੂੰ ਆਪਾਂ ਨਿਗਲੈਕਟ ਕਰਦੇ ਹਾਂ। ਦੇਅਰ ਆਰ ਮੈਨੀ ਇੰਡਸਟਰੀ ਵਿਚ ਪਰਫੋਰਮ ਐਨ ਇੰਪੋਰਟੈਂਟ ਪਬਲਿਕ ਸਰਵਿਸ, healthcare, education, public transport. In these industry, the profit motive should not be primary objective of firm and industry, which is not the case. ਕਹਿੰਦੇ ਕਿਉਂਕਿ ਉਹਨਾਂ ਦਾ ਮੇਨ ਕੰਮ ਸੀਗਾ ਵੀ ਜਿਹੜੀਆਂ ਇਹਨਾਂ ਤੋਂ ਉਹਨਾਂ ਨੂੰ ਅੱਗੇ ਵੀ ਇਹ ਬਹੁਤ ਇੰਪੋਰਟੈਂਟ ਆ ਸਾਰੀਆਂ ਚੀਜ਼ਾਂ, ਬਟ ਇਹਨਾਂ ਤੋਂ ਕੀ ਆ, ਉਹ ਕਹਿੰਦੇ ਇਹਨਾਂ ਦਾ ਮੇਨ ਮੋਟਿਵ ਕੀ ਨਹੀਂ ਹੋਣਾ ਚਾਹੀਦਾ ਗਾ, ਜਿਹੜਾ ਆਪਣਾ ਪ੍ਰਾਇਮਰੀ ਆਬਜੈਕਟਿਵ ਹੁੰਦਾ ਪੈਸਾ ਅਰਨ ਕਰਨਾ, ਉਹ ਚੀਜ਼ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਗੀ। ਕਿਉਂਕਿ ਸਾਰੇ ਪਰਸਨ ਇਹਨੂੰ ਅਫੋਰਡ ਨਹੀਂ ਕਰ ਸਕਦੇ। ਫਿਰ ਗਵਰਨਮੈਂਟ ਲੌਸਿਸ ਆਊਟ ਔਨ ਪੋਟੈਂਸ਼ੀਅਲ ਡਿਵੀਡੈਂਡ, ਠੀਕ ਹੈ, ਉਹ ਕਹਿੰਦੇ ਸਰਕਾਰ 'ਤੇ ਜਿਹੜਾ ਆਪਣੇ ਕੋਲ ਉਹਨਾਂ ਦਾ ਪ੍ਰੋਫਿਟ ਵਗੈਰਾ ਹੁੰਦਾ, ਡਿਵੀਡੈਂਡ ਹੁੰਦਾ, ਪ੍ਰੋਫਿਟ, ਉਹ ਵੀ ਕੀ ਹੁੰਦਾ, ਘਟਣਾ ਸਟਾਰਟ ਹੋ ਜਾਂਦਾ। ਪਬਲਿਕ ਕੰਪਨੀਆਂ ਬਹੁਤ ਸਾਰੀਆਂ ਹੋਣ ਕਰਕੇ, ਠੀਕ ਹੈ, ਤਾਂ ਉਹ ਕਹਿੰਦੇ ਕੀ ਹੈ, ਜੋ ਪਬਲਿਕ ਕੰਪਨੀਆਂ ਆਪਣੇ ਕੋਲੇ ਜਦੋਂ ਕਿੰਨਾਂ ਵਿੱਚੋਂ ਕਰ ਦਿੰਦੀਆਂ, ਪ੍ਰਾਈਵੇਟ ਸੈਕਟਰ ਦੇ ਵਿੱਚ ਕਰ ਦਿੰਦੀਆਂ ਵਾ, ਉਸ ਕੇਸ ਦੇ ਵਿੱਚ ਉਹ ਸਿਰਫ ਪ੍ਰਾਈਵੇਟ ਸੈਕਟਰ ਦੇ ਵਿੱਚ ਪ੍ਰੋਫਿਟ ਹੁੰਦਾ, ਉਹਨਾਂ ਨੂੰ ਕੁਛ ਨਹੀਂ ਬਚਦਾ। ਫਿਰ ਇਨਕਰੀਜ਼ ਇਨ ਕਰਪਸ਼ਨ ਬਹੁਤ ਜ਼ਿਆਦਾ ਵੱਧਦੇ ਪਏ ਹੈ, ਠੀਕ ਹੈ, ਗਲਤ ਢੰਗ ਨਾਲ ਕੰਮ ਕਰਦੇ ਹੈ, ਅੱਗੇ ਦੇ ਅੱਗੇ ਕਾਰੋਬਾਰ ਦੇ ਵਿੱਚ ਅੱਗੇ ਦੇ ਅੱਗੇ ਬਣਨ ਦੇ ਲਈ ਉਹਨਾਂ ਨੂੰ ਕੀ ਦਿੰਦੇ ਆ, ਰਿਸ਼ਵਤ ਦਿੰਦੇ ਆ ਆਪਣੇ ਫੇਵਰ ਦੇ ਵਿੱਚ ਕਰਨ ਦੇ ਲਈ। ਫਿਰ ਇਨਕਰੀਜ਼ ਇਨ ਰੀਜਨਲ ਇੰਬੈਲੈਂਸ ਜਿਹੜਾ ਆਪਣੇ ਕੋਲੇ ਹੁੰਦਾ ਵਾ, ਅਗਰ ਆਪਾਂ ਇੱਕ ਏਰੀਆ ਕਹਿ ਦਈਏ ਜ਼ਿਆਦਾ ਵਧੀ ਜਾਂਦਾ, ਇੱਕ ਏਰੀਆ ਘੱਟ, ਉਹਦੇ ਕਰਕੇ ਉਹ ਕਹਿੰਦੇ ਕੀ ਹੈ, ਫਿਰ ਆਪਣੇ ਕੋਲੇ ਇਕੁਅਲ ਨਹੀਂ ਗਾ, ਇਸੇ ਕਰਕੇ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਹੈ। ਨਿਗਲੈਕਟ ਆਫ ਵੀਕਰ ਸੈਕਸ਼ਨ, ਜਿਹੜੇ ਆਪਣੇ ਕੋਲੇ ਵੀਕਰ ਬਹੁਤ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ, ਇਗਨੋਰ ਕੀਤਾ ਜਾਂਦਾ ਵਾ, ਕਿਉਂਕਿ ਇਹਨਾਂ ਦਾ ਸਿਰਫ ਇੱਕ ਹੀ ਮੋਟਿਵ ਹੁੰਦਾ ਪ੍ਰੋਫਿਟ ਅਰਨ ਕਰਨਾ, ਤਾਂ ਉਹ ਵੀਕਰ ਸੈਕਸ਼ਨ ਬਾਰੇ ਸੋਚਦੇ ਹੀ ਨਹੀਂ ਗਏ। ਇਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਹਰ ਕੋਈ ਪਰਸਨ ਅਫੋਰਡ ਨਹੀਂ ਕਰ ਸਕਦਾ। ਫਿਰ ਜਿਹਦੇ ਕਰਕੇ ਉਹ ਕਹਿੰਦੇ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਵਧੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਦੋ ਤਰ੍ਹਾਂ ਦੀ, ਮੈਂ ਤੁਹਾਨੂੰ ਦੱਸੀ ਸੀ, ਦੋ ਇੰਟੈਂਸਿਵ ਮੈਥਡ ਹੁੰਦੇ ਆ, ਇੱਕ ਤਾਂ ਲੇਬਰ ਹੁੰਦਾ, ਇੱਕ ਕੈਪੀਟਲ ਹੁੰਦਾ। ਲੇਬਰ ਮੈਥਡ ਕਿਹੜਾ ਹੁੰਦਾ, ਜਿਹੜਾ ਆਪਾਂ ਹੱਥ ਨਾਲ ਕੰਮ ਕਰਦੇ ਹਾਂ। ਕੈਪੀਟਲ ਹੁੰਦਾ ਜਿਹੜਾ ਆਪਣਾ ਮਸ਼ੀਨਸ ਵਰਕ ਹੁੰਦਾ ਵਾ, ਅਤੇ ਹੁਣ ਉਹਨਾਂ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਮਸ਼ੀਨਾਂ ਦੁਆਰਾ ਕਿਵੇਂ ਕੰਮ ਕਰਨਾ, ਉਹਨਾਂ ਨੂੰ ਕਿਸ ਤਰੀਕੇ ਨਾਲ ਆਪਰੇਟ ਕਰਨਾ, ਉਹਦੇ ਕਰਕੇ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਵੱਧ ਰਹੀ ਹੈ। ਫਿਰ ਆਪਣੇ ਕੋਲ ਕੀ ਆ, ਓਪੋਜੀਸ਼ਨ ਬਾਈ ਇੰਪਲੋਈਜ਼, ਕਰਮਚਾਰੀ ਜਿਹੜੇ ਆਪਣੇ ਵਰਕਰਸ ਹੁੰਦੇ ਆ ਉਹਨਾਂ ਦੇ ਦੁਆਰਾ ਕੀ ਕੀਤਾ ਜਾਂਦਾ, ਓਪੋਜੀਸ਼ਨ ਕੀਤਾ ਜਾਂਦਾ ਵਾ। ਕਹਿੰਦੇ ਕੀ ਹੈ, ਅੱਗੇ ਕੀ ਸੀਗਾ, ਦ ਸਰਵਿੰਗ ਇੰਪਲੋਈ ਆਲਵੇਜ਼ ਅਪੋਜ਼ ਐਂਡ ਮੂਵ ਟੂ ਪ੍ਰਾਈਵੇਟ ਪਬਲਿਕ ਕੰਪਨੀ, ਦੇ ਫੀਅਰ ਐਕਸਪਲੋਇਟੇਸ਼ਨ ਐਟ ਦ ਹੈਂਡ ਆਫ ਪ੍ਰਾਈਵੇਟ ਓਨਰ ਐਂਡ ਜੋਬ ਲੋਸ। ਤਾਂ ਉਹਨਾਂ ਸਾਰਿਆਂ ਕਰਕੇ ਉਹ ਕਹਿੰਦੇ ਪਹਿਲਾਂ ਨੌਕਰੀ ਨਿੱਜੀਕਰਨ ਦਾ ਵਿਰੋਧ ਕਰਦੇ ਸੀ, ਕਿਉਂਕਿ ਉਹਨਾਂ ਦੀ ਸਰਕਾਰੀ ਨੌਕਰੀ ਕੀ ਹੁੰਦੀ ਸੀਗੀ, ਖਤਮ ਹੋ ਜਾਂਦੀ ਸੀ, ਇਸੇ ਕਰਕੇ। ਫਿਰ ਨਿਗਲੈਕਟ ਆਫ ਸਰਟਨ ਸੈਕਟਰਸ ਉਹ ਕਹਿੰਦੇ ਕੁਛ ਕੁ ਸੈਕਟਰਸ ਦੇ ਵਿੱਚ ਇਹਨਾਂ ਨੂੰ ਮਤਲਬ ਬਿਲਕੁਲ ਲਾਪਰਵਾਹ ਕੀਤਾ ਗਿਆ ਵਾ, ਵੀ ਇਹਨਾਂ ਨੂੰ ਮੰਨਿਆ ਹੀ ਨਹੀਂ ਜਾਂਦਾ ਗਾ। ਤਾਂ ਉਹਦੇ ਵਿੱਚ ਕੀ ਆ, ਉਹ ਕਹਿੰਦੇ ਨਾ ਸਿਰਫ ਇੱਕ ਹੀ ਮੇਨ ਹੀ ਹੁੰਦਾ ਵਾ ਕਿ ਆਪਾਂ ਪ੍ਰੋਫਿਟ ਕਮਾਉਣਾ, ਅਤੇ ਪ੍ਰੋਫਿਟ ਨੂੰ ਬਸ ਇਹੀ ਚੀਜ਼ ਦੇਖਣੀ ਆ, ਬਸ ਪ੍ਰੋਫਿਟ ਕਿਵੇਂ ਕਮਾਇਆ ਜਾਵੇ। ਫਿਰ ਆਪਣੇ ਕੋਲ ਕੀ ਹਾਇਰ ਕੋਸਟ ਟੂ ਕੰਜ਼ਿਊਮਰ ਨੂੰ ਜਿਹੜੀ ਕੋਸਟ ਹੈ ਉਹ ਵੀ ਬਹੁਤ ਜ਼ਿਆਦਾ ਪੇ ਕਰਨੀ ਪੈਂਦੀ ਹੈ, ਇਹਦੇ ਕਰਕੇ ਵੀ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਹੈ। ਫਿਰ ਉਹ ਕਹਿੰਦੇ ਆਪਣੇ ਕੋਲ ਕੀ ਹੈ, ਇਹਦੇ ਵਿੱਚ ਜੋ
ਸਮਾਨ ਕੋਸਟ ਨੂੰ ਕੀ ਹੈ ਜਿਹੜੇ ਆਪਣੇ ਕੰਜ਼ਿਊਮਰ ਹੁੰਦੇ ਉਹਨਾਂ ਨੂੰ ਵੱਧ ਕੋਸਟ ਪੇ ਕਰਨੀ ਪੈਂਦੀ, ਜਿਹਦੇ ਕਰਕੇ ਆਪਾਂ ਨੂੰ ਮੇਨ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਫਿਰ ਆਪਣੇ ਕੋਲ ਕੀ ਹੈ ਇਨਕਰੀਜ਼ਿੰਗ ਇਕਨੋਮਿਕ ਇਨਇਕੁਐਲਿਟੀ ਇਕਨੋਮਿਕ ਦੇ ਵਿੱਚ ਜਿਹੜੀ ਬਰਾਬਰਤਾ ਨਹੀਂ ਹੁੰਦੀ ਗੀ, ਕਿਉਂਕਿ ਜਿਹੜੀ ਉਹਨਾਂ ਦੀ ਇਨਕਮ ਦਾ ਗੈਪ ਬਹੁਤ ਆਉਂਦਾ ਵਾ, ਰਿਚ ਹੋਰ ਰਿਚਰ ਹੋਈ ਜਾਂਦੇ ਆ ਅਤੇ ਪੂਅਰ ਹੋਰ ਪੂਅਰ ਹੋਈ ਜਾਂਦੇ ਆ। ਇਹ ਸਾਰੀ ਕਿਹਦੇ ਕਰਕੇ ਹੈ ਪ੍ਰਾਈਵੇਟਾਈਜੇਸ਼ਨ ਕਰਕੇ। ਨੈਕਸਟ ਆਪਣੇ ਕੋਲ ਕੀ ਹੈ ਗਲੋਬਲਾਈਜੇਸ਼ਨ। ਸੈਕਿੰਡ 3 ਤਰ੍ਹਾਂ ਦੀ ਮੇਜਰ ਇਕਨੋਮਿਕ ਪੋਲਿਸੀ ਸੀ 1991 ਦੇ ਵਿੱਚ, ਲਿਬਰਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਥਰਡ ਵਨ ਆਪਣੇ ਕੋਲ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਮਤਲਬ ਕੀ ਹੈ ਇੰਟੈਗ੍ਰਿਟੀ ਹੁੰਦਾ ਜੁਆਇੰਟ, ਕਿ ਜੁਆਇੰਟ ਕਰ ਦੇਣਾ ਕੰਟਰੀ ਨੂੰ ਆਪਾਂ ਸਾਰੀ ਤਾਂ ਕਿ ਆਪਾਂ ਗੁੱਡਸ ਨੂੰ ਫ੍ਰੀ ਮੂਵਮੈਂਟ ਕਰ ਸਕੀਏ, ਗੁੱਡਸ ਦੀ ਵਨ ਪਲੇਸ ਟੂ ਅਨਦਰ ਪਲੇਸ, ਸਰਵਿਸਿਜ਼ ਅਕਰੋਸ ਦਾ ਵਰਲਡ। ਬਟ ਉਹ ਕਹਿੰਦੇ ਪਹਿਲਾਂ ਜਦੋਂ ਇਕਨੋਮਿਕ ਪੋਲਿਸੀ ਨਹੀਂ ਆਈ ਸੀ ਉਦੋਂ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਸੀਗੀਆਂ, ਬਟ ਹੁਣ ਇਹਨਾਂ ਨੂੰ ਕੀ ਕਰਤਾ ਫ੍ਰੀ ਕਰਤਾ। ਹੁਣ ਇਹਨਾਂ ਦੀ ਆਪਣੇ ਕੋਲ ਐਡਵਾਂਟੇਜ ਕੀ ਹੈ, ਐਡਵਾਂਟੇਜ ਆਫ ਗਲੋਬਲਾਈਜੇਸ਼ਨ। ਐਡਵਾਂਟੇਜ ਫਸਟ ਆਪਣੇ ਕੋਲ ਕੀ ਹੈ ਈਜ਼ੀਅਰ ਫੋਰਨ ਕੋਲੈਬੋਰੇਸ਼ਨ ਹੁੰਦਾ ਉਹਨਾਂ ਨੂੰ ਇਕੱਠਾ ਕਰ ਦੇਣਾ। ਕਹਿੰਦੇ ਅੰਡਰ ਗਲੋਬਲਾਈਜੇਸ਼ਨ ਇੰਡੀਅਨ ਕੰਪਨੀ ਕੈਨ ਕੋਲੈਬੋਰੇਟ ਵਿਦ ਫੋਰਨ ਕੰਪਨੀ ਵਿਦ ਲਿਟਲ ਔਰ ਨੋ ਗਵਰਨਮੈਂਟ ਕੰਟਰੋਲ। ਜਾਂ ਤਾਂ ਥੋੜ੍ਹਾ ਜਿਹਾ ਹੁੰਦਾ ਵਾ ਜਾਂ ਕੋਈ ਵੀ ਕੰਟਰੋਲ ਨਹੀਂ ਹੁੰਦਾ, ਆਪਾਂ ਈਜ਼ੀਲੀ ਕਰ ਸਕਦੇ ਹਾਂ ਵੀ ਜਿਵੇਂ ਆਪਣੇ ਕੋਲ ਕੀ ਉਹ ਕਹਿੰਦੇ ਕੋਲੈਬੋਰੇਟ ਕੈਪੀਟਲ, ਇਕਵਿਪਮੈਂਟ, ਰॉ ਮਟੀਰੀਅਲ, ਸਕਿਲਡ ਫੋਰਸ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਆਪਾਂ ਕੰਪੀਟ ਕਰ ਸਕਦੇ ਹਾਂ। ਫਿਰ ਆਪਣੇ ਕੋਲ ਕੀ ਹੈ ਟੈਕਨੋਲੋਜੀ ਅਤੇ ਇਨੋਵੇਸ਼ਨ ਵੀ ਐਡਵਾਂਸ ਦੇ ਵਿੱਚ ਆ ਰਹੀ ਹੈ। ਆਪਾਂ ਦੇਖਦੇ ਹਾਂ ਫੋਰਨਰਸ ਕੋਲ ਬਹੁਤ ਸਾਰੀ ਨੌਲੇਜ, ਬਹੁਤ ਸਾਰੀ ਟੈਕਨੀਕਸ ਹੁੰਦੀਆਂ, ਬਟ ਉਹ ਵੀ ਹੁਣ ਆਪਾਂ ਉਹਨਾਂ ਨਾਲ ਕੰਪੇਅਰ ਕਰਨ ਲੱਗ ਗਏ। ਟੈਕਨੋਲੋਜੀ ਆਪਣੀ ਸਾਰੀ ਇੰਡੀਆ ਦੇ ਵਿੱਚ ਵੀ ਆਉਣ ਲੱਗ ਗਈ, ਠੀਕ ਹੈ, ਜਿਹਦੇ ਨਾਲ ਕਹਿੰਦੇ ਆਪਣੇ ਕੋਲ ਨੌਲੇਜ ਆਉਣ ਦੇ ਕਰਕੇ ਆਪਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਹੋਇਆ। ਜਿਵੇਂ ਸਾਇੰਟੀਫਿਕ ਐਡਵਾਂਸ ਮੇਡ ਇਨ ਏਸ਼ੀਆ ਕੈਨ ਬੀ ਐਟ ਵਰਕ ਇਨ ਦਾ ਯੂਨਾਈਟਡ ਸਟੇਟ ਇਨ ਮੈਟਰ ਆਫ ਡੇਜ਼। ਇਹਦੇ ਨਾਲ ਵੀ ਆਪਾਂ ਨੂੰ ਕਾਫੀ ਇਸ ਤਰ੍ਹਾਂ ਕਹਿੰਦੇ ਕਈ ਜਿਹੜਾ ਆਪਣੇ ਕੋਲ ਨਵੀਂ ਟੈਕਨੋਲੋਜੀ ਬਹੁਤ ਜਲਦੀ ਹਰ ਥਾਂ 'ਤੇ ਅੱਗੇ ਦੀ ਅੱਗੇ ਸਪਰੈਡ ਹੁੰਦੀ ਜਾਂਦੀ ਹੈ, ਠੀਕ ਹੈ। ਆਪਾਂ ਕੀ ਕਰਦੇ ਨਹੀਂ ਟੈਕਨੋਲੋਜੀ ਸਪਰੈਡ ਕਰਦੇ ਨਹੀਂ, ਅੱਗੇ ਦੇ ਅੱਗੇ ਉਹਨਾਂ ਨੂੰ ਫੈਲਾ ਦੇਣੀ, ਜੇ ਇੱਕ ਜਗ੍ਹਾ 'ਤੇ ਅੱਗੇ ਦੀ ਅੱਗੇ ਉਹ ਵੀ ਹੋਊਗੀ। ਫਿਰ ਕਾਸਟ ਆਫ ਪ੍ਰੋਡਕਸ਼ਨ ਘੱਟ ਜਾਂਦੀ ਹੈ, ਕਿਉਂਕਿ ਜਿਹੜਾ ਮਸ਼ੀਨ ਵਰਕ ਹੁੰਦਾ ਵਾ ਉਹ ਬਹੁਤ ਘੱਟ ਪ੍ਰੋਡਕਟਸ ਦੇ ਮਤਲਬ ਘੱਟ ਕਾਸਟ ਦੇ ਉੱਪਰ ਬਣ ਜਾਂਦਾ ਵਾ, ਕਿਉਂਕਿ ਉਹਦੇ ਵਿੱਚ ਆਪਣਾ ਜਿਹੜਾ ਅੱਗੇ ਹੱਥ ਨਾਲ ਕੰਮ ਕਰਦੇ ਉਹਨਾਂ ਕਾਫੀ ਟਾਈਮ ਲੱਗ ਜਾਂਦਾ, ਇਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਨਹੀਂ ਹੁੰਦਾ ਗਾ। ਫਿਰ ਸਟੈਂਡਰਡ ਆਫ ਲਿਵਿੰਗ ਉਹਨਾਂ ਦਾ ਕਾਫੀ ਗਲੋਬ ਦੇ ਵਿੱਚ ਆਪਣਾ ਜਿਹੜਾ ਹੁੰਦਾ ਅਕਰੋਸ ਦਾ ਗਲੋਬ, ਉਹਦੇ ਵਿੱਚ ਵੀ ਕਾਫੀ ਜ਼ਿਆਦਾ ਆਪਣੇ ਕੋਲੇ ਵੱਧਦਾ ਜਾਂਦਾ, ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਲੈਵਲ ਹੁੰਦਾ ਪਰਸਨ ਦਾ ਉਹ ਇਨਕਰੀਜ਼ ਹੁੰਦਾ ਜਾਂਦਾ ਵਾ। ਜਿਵੇਂ ਆਪਾਂ ਕਹਿ ਸਕਦੇ ਹਾਂ ਵਰਲਡ ਬੈਂਕ ਸੀਗੀ ਆਪਣੇ ਕੋਲ 1990 ਸੀਗੀ, ਤਾਂ ਉਹਦੇ 'ਤੇ ਆਪਣੇ ਕੋਲ 35% ਸੀਗੀ। ਫਿਰ ਆਪਣੇ ਕੋਲ ਹੋਰ ਜ਼ਿਆਦਾ ਆਪਣੇ ਕੋਲ ਇਸ ਤਰੀਕੇ ਨਾਲ ਕਹਿੰਦੇ ਘੱਟ ਗਈ, ਜਿਵੇਂ ਆਪਣੇ ਕੋਲ ਕੀ ਹੈ 1.1 ਬਿਲੀਅਨ ਪੀਪਲ ਹੈਵ ਮੂਵ ਆਊਟ ਆਫ ਐਕਸਟ੍ਰੀਮ ਪੋਵਰਟੀ ਸਿੰਸ ਦੈਟ ਟਾਈਮ। ਅਤੇ ਕਹਿੰਦੇ ਜਿਹੜੇ ਇੰਨੇ ਪਰਸਨ ਸੀਗੇ ਉਹ ਆਪਣੇ ਕੋਲ ਕੀ ਹੈ ਉਹਦੇ ਤੋਂ 1.1 ਬਿਲੀਅਨ ਆਪਣੇ ਕੋਲ ਪੋਵਰਟੀ ਤੋਂ ਮਤਲਬ ਪੂਰੇ ਦੇ ਪੂਰੇ ਉੱਥੋਂ ਖ਼ਤਮ ਹੋ ਗਿਆ, ਉਹਨਾਂ ਨੂੰ ਐਲੀਮੀਨੇਟ ਕਰਤਾ, ਉਹ ਵੀ ਪੂਰੇ ਦੇ ਪੂਰੇ ਉਹਨਾਂ ਨੂੰ ਜੋਬਸ ਵਗੈਰਾ ਮਿਲ ਗਈ। ਫਿਰ ਨਵੀਂ ਮਾਰਕੀਟਸ ਬਾਰੇ ਦੱਸਣਾ ਉਹਨਾਂ ਨੂੰ, ਬਿਜ਼ਨਸ ਗੇਨ ਅ ਗ੍ਰੇਟ ਡੀਲ ਆਫ ਫਰੋਮ ਗਲੋਬਲਾਈਜੇਸ਼ਨ ਇਨਕਲੂਡਿੰਗ ਉਹ ਕਹਿੰਦੇ ਨਵੇਂ ਨਿਊ ਕਸਟਮਰ, ਡਿਵਰਸ ਰੈਵਨਿਊ ਸਟਰੀਮਸ ਅਲੱਗ-ਅਲੱਗ ਹੁੰਦੀਆਂ ਵਾ, ਜਿਹਦੇ ਕਰਕੇ ਆਪਾਂ ਨੂੰ ਨਵੇਂ ਮਾਰਕੀਟ ਮਿਲਦੀ ਹੈ, ਨਵੇਂ ਆਪਾਂ ਨੂੰ ਬਾਹਰ ਜਾਣ ਦੇ ਮੌਕੇ ਮਿਲਦੇ ਆ, ਜਿਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਪ੍ਰੋਫਿਟ ਹੁੰਦਾ, ਆਪਣੇ ਬਿਜ਼ਨਸ 'ਚ ਵੀ ਬਹੁਤ ਸਾਰਾ ਪ੍ਰੋਫਿਟ ਹੁੰਦਾ ਵਾ। ਅਸੈਸ ਟੂ ਨਿਊ ਟੈਲੈਂਟ, ਹੁਣ ਉਹ ਕਹਿੰਦੇ ਐਡੀਸ਼ਨ ਟੂ ਨਿਊ ਮਾਰਕੀਟ ਆਉਣ ਦੇ ਨਾਲ ਗਲੋਬਲਾਈਜੇਸ਼ਨ ਆਪਣੇ ਕੋਲ ਸਪੈਸ਼ਲਾਈਜ਼ ਹੋ ਗਿਆ ਵਾ, ਅਤੇ ਜਿੱਦਾਂ ਟੈਲੈਂਟ ਦੈਟ ਇਜ਼ ਨਾਟ ਅਵੇਲੇਬਲ ਇਨ ਕਰੰਟ ਮਾਰਕੀਟ, ਬਟ ਉਹ ਕਹਿੰਦੇ ਕਿ ਦੇ ਨੀਡ ਦੀਜ਼ ਹਾਈਲੀ ਸਕਿੱਲ ਪੀਪਲ ਟੂ ਮੇਨਟੇਨ ਔਰ ਰਿਪੇਅਰ ਐਡਵਾਂਸ ਮਸ਼ੀਨ, ਇਹ ਸਾਰੀਆਂ ਫਰੋਮ ਐਬਰੋਡ ਔਰ ਟ੍ਰੇਨ ਟੂ ਇੰਡੀਅਨ ਸੁਪਰਵਾਈਜ਼ਰ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀ। ਫਿਰ ਇੰਪਲੋਇਮੈਂਟ ਇਨਕਰੀਜ਼ ਹੋ ਗਿਆ, ਜਗ੍ਹਾ 'ਤੇ ਆਪਾਂ ਜਾ ਕੇ ਕੰਮ ਕਰਨ ਲੱਗ ਗਏ, ਆਪਣਾ ਬਿਜ਼ਨਸ ਵੀ ਕਾਫੀ ਜ਼ਿਆਦਾ ਤੱਕ ਸਪਰੈਡ ਹੋ ਗਿਆ, ਅਤੇ ਆਪਾਂ ਨੂੰ ਜਿਹੜਾ ਕੰਮ ਸੀਗਾ ਉਹ ਵੀ ਮਿਲਣ ਲੱਗ ਗਿਆ, ਆਊਟਸੋਰਸ ਹੋ ਗਿਆ ਨਾ ਆਪਣੇ ਕੋਲ। ਫਿਰ ਡਿਵੈਲਪਮੈਂਟ ਆਫ ਕੈਪੀਟਲ ਮਾਰਕੀਟ ਵੀ ਆਪਣੇ ਕੋਲੋਂ ਕਹਿੰਦੇ ਜਿਹਦੇ ਵਿੱਚ ਆਪਾਂ ਲੌਂਗ ਟਾਈਮ ਤੱਕ ਇਨਵੈਸਟ ਕਰ ਸਕਦੇ ਸੀ, ਉਹ ਵੀ ਆਪਾਂ ਇਹਦੇ ਵਿੱਚ ਕਰਨ ਲੱਗ ਗਏ, ਕਿਉਂਕਿ ਆਪਾਂ ਨੂੰ ਕਾਫੀ ਸਸਤੇ ਵਿੱਚ ਮਿਲਣ ਲੱਗ ਗਿਆ। ਫਿਰ ਫੋਰਨ ਟ੍ਰੇਡ ਦੇ ਨਾਲ ਵੀ ਆਪਣਾ ਇਨਕਰੀਜ਼ ਹੋ ਗਿਆ, ਫੋਰਨ ਟ੍ਰੇਡ ਆਪਾਂ ਈਜ਼ੀਲੀ ਇੰਪੋਰਟ ਐਕਸਪੋਰਟ, ਉਹ ਵੀ ਇੰਪੋਰਟ ਲੇਟੈਸਟ ਟੂਲ ਮਸ਼ੀਨਰੀ ਰॉ ਮਟੀਰੀਅਲ ਫਰੋਮ ਅਦਰ ਕੰਟਰੀ ਈਜ਼ੀ ਹੋ ਗਿਆ, ਠੀਕ ਹੈ, ਕਿਉਂਕਿ ਆਪਣੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਬਹੁਤ ਸਾਰੀਆਂ ਉਹ ਤੋਂ ਆਪਾਂ ਨੂੰ ਕੀ ਕਰਤਾ ਅਬੋਲਿਸ਼ ਕਰਤਾ, ਫ੍ਰੀ ਕਰਤਾ ਆਪਾਂ ਨੂੰ ਨਵੀਂ ਟੈਕਨੋਲੋਜੀ ਵਗੈਰਾ। ਫਿਰ ਡਿਵੈਲਪਮੈਂਟ ਆਫ ਸਰਵਿਸ ਸੈਕਟਰ, ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਨੀਆਂ, ਸਰਵਿਸਿਜ਼ ਕਿਹੜੀਆਂ ਹੁੰਦੀਆਂ ਲਾਈਕ ਇੰਸ਼ੋਰੈਂਸ, ਬੈਂਕਿੰਗ, ਟੂਰਿਜ਼ਮ, ਇਹ ਸਾਰੀਆਂ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਨ ਲੱਗ ਗਏ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਗੁੱਡਸ ਨੂੰ ਵੀ ਮੂਵ ਕਰਨ ਲੱਗ ਗਏ। ਫਿਰ ਇਨਕਰੀਜ਼ ਇਨ ਫੋਰਨ ਐਕਸਚੇਂਜ ਰਿਜ਼ਰਵ, ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਸੀਗਾ ਉਹ ਵੀ ਆਪਣੇ ਕੋਲ ਫੋਰਨ ਦੇ ਨਾਲ ਆਪਾਂ ਡੀਲਿੰਗ ਸੀ, ਉਹ ਵੀ ਕਾਫੀ ਜ਼ਿਆਦਾ ਇਨਕਰੀਜ਼ ਹੋ ਗਈ। ਬਟ ਆਪਣੇ ਕੋਲ ਕੁਛ ਕੁ ਗਲੋਬਲਾਈਜੇਸ਼ਨ ਦੇ ਵਿੱਚ ਮੇਨ ਪ੍ਰੋਬਲਮ ਕੀ ਹੈ, ਕਹਿੰਦੇ ਡੋਮੈਸਟਿਕ ਇੰਡਸਟਰੀ ਖਤਮ ਹੋ ਰਹੀ ਹੈ, ਲੋਸ ਆਪਣੇ ਕੋਲ ਹੋ ਰਿਹਾ ਵਾ, ਜਿਹੜੀ ਆਪਣੇ ਕੋਲ ਹੁਣ ਮਾਈਕਰੋ ਸਮਾਲ ਮੀਡੀਅਮ ਐਕਸਚੇਂਜ ਆਪਣੇ ਕੋਲ ਸੀਗੀ, ਠੀਕ ਹੈ, ਤਾਂ ਉਹਦੇ ਐਂਟਰਪ੍ਰੇਨਿਓਰ ਸੀਗਾ, ਉਹਦੇ ਵਿੱਚ ਉਹ ਕਹਿੰਦੇ ਆਪਣੇ ਕੋਲ ਕੀ ਸੀਗੀ ਵੀ
ਵਧੀਆ ਆਪਣੇ ਕੋਲੇ ਸੀਗੀ, ਵਧੀਆ ਮਿਲਦੇ ਸੀਗੇ, ਬਟ ਹੁਣ ਫੋਰਨ ਦੇ ਜਿਹੜੀ ਕੰਪਨੀ ਦੇ ਪ੍ਰੋਡਕਟ ਉਹ ਘੱਟ ਪ੍ਰਾਈਸਿਸ ਦੇ ਉੱਪਰ ਮਿਲਣ ਲੱਗ ਗਏ, ਉਹ ਘੱਟ ਪ੍ਰਾਈਸਿਸ ਦੇ ਉੱਪਰ ਮਿਲਣ ਲੱਗ ਗਏ। ਇੰਡੀਅਨ ਪ੍ਰੋਡਕਟ ਤਾਂ ਆਪਣੇ ਖਤਮ ਹੋ ਗਏ, ਇਸੇ ਕਰਕੇ ਕਹਿੰਦੇ ਇੰਡੀਅਨ ਪ੍ਰੋਡਕਟ ਆਪਣੇ ਖਤਮ ਹੋਣ ਲੱਗ ਗਏ, ਕਿਹਦੇ ਕਰਕੇ? ਗਲੋਬਲਾਈਜੇਸ਼ਨ ਕਰਕੇ। ਫਿਰ ਆਪਣੇ ਕੋਲ ਇਕਨੋਮਿਕ ਇਨਇਕੁਐਲਿਟੀ ਬਹੁਤ ਜ਼ਿਆਦਾ ਵੱਧ ਗਈ। ਇਕੁਐਲਿਟੀ ਹੁੰਦਾ ਇਕੁਅਲ, ਇਨਇਕੁਐਲਿਟੀ ਹੁੰਦਾ ਵਾ ਅਨਬੈਲੈਂਸ। ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰੇਨਿਓਰਸ ਉਹ ਕਹਿੰਦੇ ਫਾਈਂਡ ਕਰਨੇ ਬਹੁਤ ਮੁਸ਼ਕਿਲ ਹੋ ਗਏ, ਕਿੰਨਾਂ ਦੇ ਵਿੱਚ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਹੁੰਦੀਆਂ ਵਾ, ਕਿਉਂਕਿ ਗਲੋਬਲਾਈਜੇਸ਼ਨ ਸਿਰਫ ਸੁਪਰ ਰਿਚ ਆਫ ਇੰਡੀਆ ਅਪਰੂਵ ਕੀਤਾ ਗਿਆ, ਉਹਨਾਂ ਨੂੰ ਹੀ ਲਿੱਤਾ ਜਾਂਦਾ ਵਾ। ਜਿਹੜੇ ਆਪਣੇ ਲੋਅਰ ਕਲਾਸ ਮਿਡਲ ਕਲਾਸ ਵਾਲੇ ਹੁੰਦੇ ਆ ਉਹਨਾਂ ਨੂੰ ਇਹ ਇਗਨੋਰ ਕਰਦੇ ਆ, ਜਿਹਦੇ ਕਰਕੇ ਉਹ ਕਹਿੰਦੇ ਆਪਣੇ ਕੋਲੇ ਇੱਕ ਗੈਪ ਹੋ ਜਾਂਦਾ ਵਾ ਰਿਚ ਅਤੇ ਪੂਅਰ ਦੇ ਵਿੱਚ। ਟ੍ਰੇਡ ਇੰਬੈਲੈਂਸ, ਜਿਹੜਾ ਆਪਾਂ ਪ੍ਰੋਡਕਟ ਨੂੰ ਸੇਲ ਕਰਦੇ ਹਾਂ ਉਹਦੇ ਵਿੱਚ ਵੀ ਆਪਣੇ ਇੰਬੈਲੈਂਸ ਹੈ, ਇਕੁਅਲ ਨੀਗਾ। ਲਾਈਕ ਚਾਈਨਾ ਇਜ਼ ਇਨਕਰੀਜ਼ਿੰਗ, ਚਾਈਨਾ ਦੇ ਪ੍ਰੋਡਕਟ ਆਪਣੇ ਇਨਕਰੀਜ਼ ਹੋ ਰਹੇ ਆ, ਠੀਕ ਹੈ, ਉਹ ਸਾਰੇ ਆਪਣੇ ਕੋਲ ਘੱਟ ਰਹੇ ਆ, ਤਾਂ ਉਹ ਸਾਰਾ ਦੱਸ ਦੇਣਾ। ਨੈਕਸਟ ਆਪਣੇ ਕੋਲ ਕੀ ਹੈ? ਡੋਮੀਨੈਂਟ ਗਲੋਬਲ ਕੰਪਨੀਜ਼। ਗਲੋਬਲ ਕੰਪਨੀਜ਼ ਨੂੰ ਆਪਣਾ ਮੇਨ ਪ੍ਰਮੁੱਖ ਪਾਰਟ ਮੰਨਿਆ ਜਾਂਦਾ ਵਾ, ਉਹਦੇ ਕਰਕੇ ਉਹ ਦੱਸ ਦੇਣਾ ਵਾ ਕਿਹਦੇ ਕਿ ਗਲੋਬਲਾਈਜੇਸ਼ਨ ਸਟੀਫਲ ਕੰਪੀਟੀਸ਼ਨ ਵੈਨ ਗਲੋਬਲ ਬਿਜ਼ਨਸ ਵਿਦ ਡੋਮੀਨੈਂਟ ਬ੍ਰਾਂਡ superior ਟੈਕਨੋਲੋਜੀ ਲਾਈਕ ਟੇਕ ਚਾਰਜ ਆਫ ਕੀ ਮਾਰਕੀਟਸ, ਠੀਕ ਹੈ। For example, Indian television company like BPL, Videocon have failed to compete with the global brand like Sony, Panasonic, ਠੀਕ ਹੈ। ਇਹਨਾਂ ਤੋਂ ਕਹਿੰਦੇ ਕਾਫੀ ਜ਼ਿਆਦਾ ਆਪਣੇ ਕੋਲੇ ਨੀਚੇ ਹੋਣ ਲੱਗ ਗਏ, ਇਹਦੇ ਕਰਕੇ ਵੀ ਆਪਾਂ ਨੂੰ ਮੇਨ ਪ੍ਰੋਬਲਮ ਆ ਗਈ, ਕਿਉਂਕਿ ਆਪਣੇ ਜਿਹੜੀਆਂ ਵਿਦੇਸ਼ੀ ਜਿਹੜੀਆਂ ਆਪਣੀਆਂ ਫੋਰਨ ਕੰਪਨੀਜ਼ ਉਹਨਾਂ ਨੂੰ ਆਪਾਂ ਟਰੀਟ ਨਹੀਂ ਕਰ ਸਕਦੇ ਸੀ। ਫਿਰ ਆਪਣੇ ਕੋਲੇ ਕੀ ਇਨਕਰੀਜ਼ ਹੋ ਗਿਆ? ਅਨਇੰਪਲੋਇਮੈਂਟ। ਅਨਇੰਪਲੋਇਮੈਂਟ ਤਾਂ ਹੋਣਾ ਹੀ ਸੀ ਇਨਕਰੀਜ਼, ਤਾਂ ਕਹਿੰਦੇ ਆਪਣੇ ਕੋਲੇ ਜਿਹੜੀ ਐਡਵਾਂਸ ਟੈਕਨੋਲੋਜੀ ਹੀ ਯੂਜ਼ ਕੀਤੀ ਗਈ ਹੈ, ਜਿਹੜੇ ਕਿ ਆਪਣੇ ਕੋਲੇ ਪਰਸਨ ਇੰਨੇ ਜ਼ਿਆਦਾ ਮਤਲਬ ਨੌਲੇਜ ਉਹਨਾਂ ਕੋਲ ਨਹੀਂ ਹੁੰਦੀ ਗੀ, ਅਤੇ ਇਸੇ ਕਰਕੇ ਕਿ ਉਹ ਅਨਇੰਪਲੋਇਡ ਹੋ ਗਏ। ਫਿਰ ਆਪਣੇ ਕੋਲ ਕਿ ਐਡਿਕਸ਼ਨ ਆਫ ਕਲਚਰਲ ਵੈਲਿਊ, ਮਤਲਬ ਜਿਹੜਾ ਐਡਿਕਸ਼ਨ ਹੁੰਦਾ ਖਤਮ ਹੋ ਜਾਣਾ ਕਿਹਦਾ? ਕਲਚਰਲ ਵੈਲਿਊ। ਕਿਹਦੇ ਆਉਣ ਨਾਲ? ਗਲੋਬਲ ਮਲਟੀਨੈਸ਼ਨਲ ਬ੍ਰਾਂਡ ਆਉਣ ਨਾਲ ਆਪਣੇ ਕੋਲੋਂ ਕਹਿੰਦੇ ਆ ਸਾਰੀਆਂ ਚੀਜ਼ਾਂ ਆਪਣੇ ਕੋਲ ਖਤਮ ਹੁੰਦੀਆਂ ਜਾ ਰਹੀਆਂ ਵਾ। ਜਿਹੜੇ ਆਪਣੇ ਪਰਸਨ ਹੈ ਰੂਰਲ ਅਤੇ ਆਪਣੇ ਕੋਲ ਅਰਬਨ ਏਰੀਆਜ਼ ਦੇ ਵਿੱਚ ਹੈ, ਉਹਨਾਂ ਵਿੱਚ ਵੀ ਆਪਣਾ ਇਹ ਸਾਰਾ ਸਿਸਟਮ ਬਹੁਤ ਜ਼ਿਆਦਾ ਵੱਧਦਾ ਪਿਆ ਵਾ। ਫਿਰ ਐਕਸਪਲੋਇਟੇਸ਼ਨ ਆਫ ਲੇਬਰ ਦੁਆਰਾ ਉਹ ਕਹਿੰਦੇ ਐਕਸਪਲੋਇਟ ਕੀਤਾ ਜਾਂਦਾ ਵਾ, ਉਹਨਾਂ ਦੁਆਰਾ ਸ਼ੋਸ਼ਣ ਕੀਤਾ ਜਾਂਦਾ, ਕਹਿੰਦੇ ਉਹਨਾਂ ਨੂੰ ਕੀ ਕੀਤਾ ਜਾਂਦਾ ਵਾ? ਜੋ ਵੀ ਆਪਣੇ ਕੋਲੇ ਅਵੇਲੇਬਿਲਿਟੀ ਆਫ ਚੀਪ ਲੇਬਰ ਇਜ਼ ਵਨ ਆਫ ਮੇਜਰ ਵਾਈ ਉਹ ਕਹਿੰਦੇ ਫੋਰਨ ਕੰਪਨੀ ਆਰ ਇਸਟੈਬਲਿਸ਼ਿੰਗ ਦਾ ਮੈਨੂਫੈਕਚਰਿੰਗ ਯੂਨਿਟ ਇਨ ਇੰਡੀਆ। ਦੇ ਗਿਵ ਨੋ ਵੈਲਿਊ ਟੂ ਦਾ ਹਿਊਮਨ ਸੈਂਟੀਮੈਂਟ, ਉਹਨਾਂ ਦੀ ਫੀਲਿੰਗਸ ਵਗੈਰਾ ਉਹ ਕਹਿੰਦੇ ਕੁਛ ਨਹੀਂ ਵੇਖੀਆਂ ਜਾਂਦੀਆਂ ਗੇ, ਇਹਦੇ ਵਿੱਚ ਇਹ ਉਹਨਾਂ ਦੇ ਲਈ ਗਲਤ ਕੀਤਾ ਜਾਂਦਾ। ਹੁਣ ਆਪਾਂ ਦੇਖਦੇ ਹਾਂ ਨਾ ਵੀ ਇੰਡੀਆ ਦੇ ਵਿੱਚ ਆਪਣੇ ਇੰਡੀਆ ਦੇ ਪਰਸਨ ਬਾਹਰ ਕਿਉਂ ਜਾਂਦੇ? ਕਿਉਂਕਿ ਇੰਡੀਆ ਦੇ ਵਿੱਚ ਕੰਮ ਹੈ ਨਹੀਂ, ਇਸੇ ਕਰਕੇ ਕਹਿੰਦੇ ਗਲੋਬਲਾਈਜੇਸ਼ਨ ਕਾਰਨ ਜਿਹੜੇ ਪਰਸਨ ਇੰਡੀਆ ਤੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਦੇ ਲਈ ਮੇਨ ਪ੍ਰੋਬਲਮ ਆਉਂਦੀ ਹੈ। ਫਿਰ ਪੋਲੀਟੀਕਲ ਇੰਟਰਫੇਰੈਂਸ, ਕਿਤੇ ਨਾ ਕਿਤੇ ਆਪਣੇ ਕੋਲ ਜਿਹੜਾ ਗਵਰਨਮੈਂਟ ਦਾ ਕੰਟਰੋਲ ਆ ਉਹ ਵੀ ਆਪਣੇ ਕੋਲ ਹੈਗਾ ਹੀ ਹੈਗਾ। ਜਿਵੇਂ ਆਪਣੇ ਕੋਲੇ ਫੋਰਨ ਕੰਪਨੀਜ਼ ਆ ਰਹੀਆਂ ਵਾ, ਜਾਂ ਤਾਂ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹਨਾਂ ਨੂੰ ਬਹੁਤ ਸਾਰਾ ਅਟਰੈਕਟ ਕਰਦੀਆਂ ਵਾ। ਫਿਰ ਆਪਣੇ ਕੋਲੇ ਕੀ ਹੈ? ਵਲਨਰੇਬਿਲਟੀ ਟੂ ਐਕਸਟਰਨਲ ਇਕਨੋਮਿਕ ਸ਼ੌਕ। ਇਹਦੇ ਵਿੱਚ ਤੁਸੀਂ ਦੱਸ ਦੇਣਾ ਵਾ ਵਲਨਰੇਬਿਲਟੀ ਮਤਲਬ ਜਿਹੜੇ ਆਪਣੀ ਬਾਹਰ ਵਾਲੀਆਂ ਜੋ ਹੁੰਦੇ ਆਪਣੀ ਐਕਸਟਰਨਲ ਫੀਲਿੰਗਸ ਉਹਨਾਂ ਨੂੰ ਕਾਫੀ ਜ਼ਿਆਦਾ ਉਹਨਾਂ ਨੂੰ ਕਹਿ ਸਕਦੇ ਆ ਕਿ ਇੱਕ ਹਿਸਾਬ ਦਾ ਝਟਕਾ ਲੱਗਦਾ। ਤਾਂ ਆਪਣੇ ਕੋਲ ਕੀ ਹੈ? ਇਕੋਨਮੀ ਇਜ਼ ਮੋਰ ਕਨੈਕਟਡ ਵਿਦ ਇੰਟਰਡਿਪੈਂਡੈਂਟ ਹੈ ਕਿ ਇੱਕ ਦੂਜੇ ਨਾਲ ਇਹ ਬਹੁਤ ਸਾਰੀਆਂ ਕਨੈਕਟਡ ਹੋਈਆਂ ਵਾ, ਅਤੇ ਰਿਸਕ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ ਵਾ। ਐਕਸਟਰਨਲ ਇਵੈਂਟ ਸਮਵੇਅਰ ਐਲਸ ਇਨ ਦਾ ਵਰਲਡ ਕਮਿੰਗ ਬੈਕ ਟੂ ਇਫੈਕਟ ਯੂ। ਫੋਰ ਐਗਜ਼ਾਮਪਲ ਇੰਡੀਅਨ ਕੰਪਨੀਜ਼ ਇੰਪੋਰਟਿੰਗ ਦਾ ਰॉ ਮਟੀਰੀਅਲ ਫਰੋਮ ਚਾਈਨਾ ਨੂੰ ਰॉ ਮਟੀਰੀਅਲ ਕਰ ਰਹੇ ਇੰਪੋਰਟ। ਕਹਿੰਦੇ ਇਫ ਦੇਰ ਇਜ਼ ਸਮ ਪ੍ਰੋਬਲਮ ਇਨ ਚਾਈਨਾ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਇੰਡੀਆ ਵਿਲ ਕੰਪਨੀ ਨਾਟ ਗੈਟ ਦਾ ਰॉ ਮਟੀਰੀਅਲ ਔਨ ਟਾਈਮ, ਦੇ ਰਿਜ਼ਲਟ ਲੋਸ, ਦਾ ਰਿਜ਼ਲਟ ਉਹਨਾਂ ਨੂੰ ਲੋਸ ਹੀ ਹੋਊਗਾ। ਫਿਰ ਆਪਣੇ ਕੋਲ ਕੀ ਓਵਰ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸ, ਜਿਹੜੇ ਆਪਣੇ ਨੈਚੁਰਲ ਰਿਸੋਰਸ ਹੈ, ਠੀਕ ਹੈ, ਉਹਨਾਂ ਨੂੰ ਕਹਿੰਦੇ ਜਿਹੜੇ ਆਪਣੇ ਮਿਨਰਲਸ ਹੈ, ਠੀਕ ਹੈ, ਪਲਾਂਟਸ ਹੈ, ਟਰੀਜ਼ ਹੈ, ਏਅਰ, ਉਹ ਕਹਿੰਦੇ ਇਹਨਾਂ ਨੂੰ ਆਪਾਂ ਕੁਝ ਜ਼ਿਆਦਾ ਹੀ ਓਵਰ ਯੂਜ਼ ਕਰਦੇ ਪਏ ਹਾਂ, ਇਸੇ ਕਰਕੇ ਉਹ ਕਹਿੰਦੇ ਆਪਣਾ ਜਿਹੜਾ ਗਲੋਬਲਾਈਜੇਸ਼ਨ ਹੈ ਉਹ ਜ਼ਿਆਦਾ ਬੈਸਟ ਨਹੀਂ ਗਾ।